सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता। एक सच्ची घटना दसनी चाहांगे कि डॉक्टर ओ कर्ल सिमोंटन जिन्हां दा जन्म 1942 29 जून ਨੂੰ ਲਾਸ ਐਂਜਲ USA ਅਮਰੀਕਾ 'ਚ ਹੋਇਆ ਸੀ। ਉਹ ਕੈਂਸਰ ਸਪੈਸ਼ਲਿਸਟ ਸੀ। ਕਿਹੜੇ ਸੀਗੇ ਉਹ? ਕੈਂਸਰ ਦਾ ਰੋਗ ਹੁੰਦਾ ਨਾ ਬੰਦੇ ਨੂੰ, ਸਪੈਸ਼ਲਿਸਟ ਸੀ। ਪਰ ਉਹਨਾਂ ਨੇ ਆਪਣੇ ਜੀਵਨ 'ਚ ਬੜੀ ਸ਼ੋਧ ਕੀਤੀ ਕੈਂਸਰ ਨੂੰ ਲੈ ਕੇ, ਔਰ ਉਹਨਾਂ ਨੇ 152 ਕੈਂਸਰ ਦੇ ਮਰੀਜ਼ਾਂ ਤੇ 152 ਕੈਂਸਰ ਦੇ ਮਰੀਜ਼ਾਂ ਤੇ ਐਕਸਪੈਰੀਮੈਂਟ ਕੀਤਾ। ਐਕਸਪੈਰੀਮੈਂਟ ਦਵਾਈ ਦੇ ਨਾਲ ਨਾਲ ਇਨਸਾਨ ਦੀ ਸੋਚ ਦਾ, ਇਨਸਾਨ ਦੀ ਬਿਮਾਰੀ ਤੇ ਇਨਸਾਨ ਦੇ ਜੀਵਨ ਤੇ ਕੀ ਅਸਰ ਪੈਂਦਾ ਹੈ। ਉਹਨਾਂ ਨੇ 152 ਮਰੀਜ਼ਾਂ ਤੇ ਐਕਸਪੈਰੀਮੈਂਟ ਕੀਤਾ। ਇਹ ਉਹ ਮਰੀਜ਼ ਸੀ ਜਿਨ੍ਹਾਂ ਦੇ ਬਚਣ ਦੇ ਚਾਂਸ ਬਹੁਤ ਘੱਟ ਸੀ। ਜ਼ਰਾ ਸਮਝਣਾ, ਕਿਉਂਕਿ ਕਈ ਵਾਰ ਇਦਾਂ ਦੀਆਂ ਬਿਮਾਰੀਆਂ, ਇਦਾਂ ਦੇ ਰੋਗ, ਇਦਾਂ ਦੇ ਦੁੱਖ ਇਨਸਾਨ ਨੂੰ ਲੱਗ ਜਾਂਦੇ ਹੈ ਕਿ ਮੈਡੀਕਲ ਸਾਇੰਸ ਕਹਿੰਦੀ ਹੈ ਇਹ ਬਚ ਨਹੀਂ ਸਕਦਾ, ਇਹਦੇ ਬਚਣ ਦੀ ਕੋਈ ਉਮੀਦ ਨਹੀਂ ਹੈ। ਹੁਣ ਉੱਥੇ ਡਾਕਟਰ ਓਕਰ ਉਹਨਾਂ ਨੇ ਐਕਸਪੈਰੀਮੈਂਟ ਕੀਤਾ। ਐਕਸਪੈਰੀਮੈਂਟ ਕੀ ਕੀਤਾ ਕਿ ਬੰਦੇ ਦੀ ਸੋਚ ਦਾ ਬੰਦੇ ਦੇ ਸਰੀਰ ਤੇ ਕੀ ਪ੍ਰਭਾਵ ਪੈਂਦਾ ਹੈ, ਬੰਦੇ ਦੀ ਬਿਮਾਰੀ ਤੇ ਕੀ ਪ੍ਰਭਾਵ ਪੈਂਦਾ ਹੈ। ਤਾਂ ਹੁਣ 152 ਮਰੀਜ਼ਾਂ ਤੇ ਜਦੋਂ ਸ਼ੋਧ ਕੀਤਾ, ਕੈਂਸਰ ਦੇ ਮਰੀਜ਼ ਜਿਨ੍ਹਾਂ ਦੇ ਬਚਣ ਦੇ ਚਾਂਸ ਸਮਝ ਲਓ, ਕਹਿ ਲਓ ਲਾਸਟ ਸਟੇਜ ਸੀ, ਬਚਣ ਦੇ ਚਾਂਸ ਘੱਟ ਸੀ, ਪਰ ਉਹਨਾਂ 152 ਮਰੀਜ਼ਾਂ ਤੇ ਕੀ ਸ਼ੋਧ ਕੀਤਾ ਕਿ ਉਹਨਾਂ ਨੂੰ ਪੋਜ਼ਿਟਿਵ ਵੇਵਸ ਦੇਣ ਦੀ ਕੋਸ਼ਿਸ਼ ਕੀਤੀ। ਯਾਨੀ ਉਹਨਾਂ ਨੂੰ ਕਿਹਾ ਵਿਸ਼ਵਾਸ ਰੱਖੋ ਤੁਸੀਂ ਠੀਕ ਹੋ ਜਾਣਾ ਹੈ। ਪੋਜ਼ਿਟਿਵ ਗੱਲਾਂ ਕੀਤੀਆਂ। ਪੋਜ਼ਿਟਿਵ ਦੀ ਗੱਲਾਂ ਦਾ ਮਤਲਬ ਹੁੰਦਾ ਹੈ ਉਹਨਾਂ ਨਾਲ ਅੱਛੀਆਂ ਗੱਲਾਂ ਕਰਨੀਆਂ ਕਿ ਤੁਸੀਂ ਠੀਕ ਹੋ ਸਕਦੇ ਹੋ, ਸੋਚੋ, ਯਕੀਨ ਰੱਖੋ, ਵਿਸ਼ਵਾਸ ਰੱਖੋ, ਤੁਸੀਂ ਠੀਕ ਹੋ ਸਕਦੇ ਹੋ। ਹੁਣ 152 ਮਰੀਜ਼ਾਂ ਤੇ ਜੋ ਸ਼ੋਧ ਕੀਤਾ, ਹੁਣ ਜਦੋਂ ਟੈਸਟ ਕਰਨ ਵਾਸਤੇ ਆਉਂਦੇ ਸੀ ਤਾਂ ਡਾਕਟਰ ਉਹਨਾਂ ਦਾ ਇੱਕ ਹੋਰ ਟੈਸਟ ਵੀ ਲੈਂਦੇ ਸੀ ਜਿਹਨੂੰ ਕਹਿੰਦੇ ਬ੍ਰੇਨ ਟੈਸਟ। ਜ਼ਰਾ ਸਮਝਣਾ, ਜੋ EEG ਇੱਕ ਮਸ਼ੀਨ ਦਾ ਨਾਮ ਹੁੰਦਾ, ਜਿਹਦਾ ECG ਹੁੰਦੀ ਹੈ ਸਾਡੇ ਹਾਰਟ ਰੇਟ ਨੂੰ ਚੈੱਕ ਕਰਨ ਵਾਸਤੇ। ਹੁਣ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋਵੇ, ਡਾਕਟਰ ਕੋਲ ਜਾ ਕੇ ECG ਕਰਾਉਂਦਾ ਹੈ। ਇਸੇ ਤਰ੍ਹਾਂ ਬ੍ਰੇਨ ਵੇਵਸ ਨੂੰ ਚੈੱਕ ਕਰਨ ਵਾਸਤੇ, ਬ੍ਰੇਨ ਦੀਆਂ ਤਰੰਗਾਂ ਨੂੰ ਚੈੱਕ ਕਰਨ ਵਾਸਤੇ ਕਿ ਦਿਮਾਗ ਕਿੱਦਾਂ ਦਾ ਹੈ, ਉਹ EEG ਜਿਹਦੇ ਵਿੱਚ ਉਹ ਚੈੱਕ ਕਰਦੇ ਹੈ ਕਿ ਇਨਸਾਨ ਦੇ ਮਾਈਂਡ ਵੇਵਸ ਕੀ ਹੈ, ਮਾਈਂਡ ਦੀਆਂ ਤਰੰਗਾਂ ਕੀ ਹੈ, ਔਰ ਉਹਨੂੰ ਚੈੱਕ ਕੀਤਾ ਜਾਂਦਾ ਹੈ ਪਰ ਸੈਕਿੰਡ CPS, ਸਾਈਕਲ ਪਰ ਸੈਕਿੰਡ ਦੇ ਨਾਲ। ਕਿਉਂਕਿ ਜਦੋਂ ਤਰੰਗ ਜਾਂਦੀ ਹੈ, ਇੱਕ ਸੈਕਿੰਡ ਵਿੱਚ ਕਿੰਨੀਆਂ ਤਰੰਗਾਂ ਜਾ ਰਹੀਆਂ ਹੈ, ਉਹ ਤੋਂ ਪਤਾ ਲੱਗਦਾ ਇਹਦੀ ਮਾਈਂਡ ਦੀ ਤਰੰਗ ਕੀ ਹੈ, ਵੇਵਸ ਕੀ ਹੈ, ਕਿਉਂਕਿ ਸਾਡਾ ਦਿਮਾਗ ਹਰ ਵੇਲੇ ਤਰੰਗਾਂ ਛੱਡ ਰਿਹਾ ਹੈ। ਹੁਣ ਉਹਨਾਂ ਨੇ ਜੋ ਬ੍ਰੇਨ ਦੇ ਡਾਕਟਰ ਹੈ, ਉਹਨਾਂ ਨੇ ਦੱਸਿਆ ਹੈ ਕਿ ਜਦੋਂ 0.5 ਯਾਨੀ 0.5 ਤੋਂ 3 ਪੁਆਇੰਟ ਤੱਕ ਪਰ ਸੈਕਿੰਡ CPS ਤਰੰਗ ਚੱਲਦੀ ਹੈ ਤਾਂ ਉਹਨੂੰ ਕਹਿ ਦਿੰਦੇ ਹੈ ਕਿਹੜੀ ਤਰੰਗ? ਡੈਲਟਾ। ਜ਼ਰਾ ਸਮਝਣਾ ਸਾਰੇ ਜੀ ਕਿ ਜਿਸਲੇ 0 ਤੋਂ 3 ਤੱਕ ਜਾਂਦੀ ਹੈ ਤਾਂ ਡੈਲਟਾ, ਫਿਰ 3 ਤੋਂ 5 ਤੱਕ ਜਾਂਦੀ ਹੈ ਤਾਂ ਥੀਟਾ, ਫਿਰ 5 ਤੋਂ 8 ਤੱਕ ਜਾਂਦੀ ਹੈ ਤਾਂ ਬਣਦੀ ਹੈ ਅਲਫਾ। ਇਹ ਨਾਮ ਦੱਸੇ ਨਾ ਤਰੰਗਾਂ ਦੇ। 8 ਤੋਂ ਜਦੋਂ 12 ਤੱਕ ਜਾਂਦੀ ਹੈ ਤਾਂ ਫਿਰ ਬਣਦੀ ਹੈ ਬੀਟਾ, ਔਰ ਬੀਟਾ ਦੀਆਂ 3 ਸਟੇਜਾਂ ਹੈ। ਇੱਕ ਨਾਰਮਲ 8 ਤੋਂ 12, ਫਿਰ ਦੂਸਰੀ ਹੈ 12 ਤੋਂ 15, ਜ਼ਰਾ ਗੌਰ ਕਰਨਾ, ਫਿਰ 15 ਤੋਂ 22। ਉਹ ਕਹਿੰਦੇ ਇਹ ਸਾਡਾ ਬ੍ਰੇਨ ਤਰੰਗਾਂ ਛੱਡਦਾ ਹੈ, ਔਰ ਸਭ ਤੋਂ ਹਾਈ ਲੈਵਲ ਤੇ ਤਰੰਗਾਂ ਆਉਂਦੀ ਹੈ ਗਾਮਾ, ਜੋ ਸਾਡਾ ਬ੍ਰੇਨ ਛੱਡਦਾ ਹੈ। ਇਹ 5 ਪ੍ਰਕਾਰ ਦੀਆਂ ਤਰੰਗਾਂ ਸਾਡੇ ਬ੍ਰੇਨ ਚੋਂ ਨਿਕਲਦੀਆਂ ਹੈ। ਜੋ ਡੈਲਟਾ, ਜੋ 0.5 ਤੋਂ 3 ਤੱਕ ਜਾਂਦੀਆਂ, ਉਹ ਕਹਿੰਦੇ ਬੜੀ ਗਹਿਰੀ ਨੀਂਦ ਵਿੱਚ ਜਦੋਂ ਬੰਦਾ ਹੁੰਦਾ, ਸਮਾਧੀ ਦੀ ਅਵਸਥਾ 'ਚ ਹੁੰਦਾ, ਧਿਆਨ ਦੀ ਅਵਸਥਾ 'ਚ ਹੁੰਦਾ, ਤਾਂ ਉਸ ਵੇਲੇ ਉਹ ਬ੍ਰੇਨ ਇੰਨਾ ਸ਼ਾਂਤ ਹੁੰਦਾ ਹੈ ਕਿ ਉਹਦੇ ਅੰਦਰੋਂ ਇਹ ਤਰੰਗਾਂ ਨਿਕਲਦੀਆਂ ਹੈ। ਪਰ ਇੱਥੇ ਹੀ ਮੇਨ ਗੱਲ ਤੇ ਆਈਏ ਕਿ ਬੀਟਾ, ਕਿ ਜਿੱਦਾਂ ਜਿੱਦਾਂ ਇਨਸਾਨ ਦੀ ਚਿੰਤਾ ਵੱਧਦੀ ਹੈ, ਕਿਉਂਕਿ ਨਾਰਮਲ ਜ਼ਿੰਦਗੀ ਜਦੋਂ ਅਸੀਂ ਜੀਂਦੇ ਹਾਂ, ਫਰਜ਼ ਕਰੋ ਅਸੀਂ ਘੁੰਮ ਫਿਰ ਰਹੇ ਹਾਂ, ਦੇਖ ਰਹੇ ਹਾਂ, ਤਾਂ ਉਸ ਲਈ ਸਾਡਾ ਬ੍ਰੇਨ ਨਾਰਮਲ 8 ਤੋਂ 12 ਪਰ ਸੈਕਿੰਡ CPS ਉਹ ਤਰੰਗ ਛੱਡਦਾ ਹੈ ਜੋ ਨਾਰਮਲ ਹੈ। ਫਿਰ ਸਾਨੂੰ ਥੋੜਾ ਜਿਹਾ ਗੁੱਸਾ ਆਉਂਦਾ ਹੈ, ਕਰੋਧ ਆਉਂਦਾ ਹੈ, ਉਹ ਤਰੰਗ 12 ਤੋਂ 15 ਤੱਕ ਹੋ ਜਾਂਦੀ ਹੈ। ਫਿਰ ਹੋਰ ਜ਼ਿਆਦਾ ਕਰੋਧ ਆਉਂਦਾ ਤਾਂ 15 ਤੋਂ 22 ਤੱਕ ਚਲੀ ਜਾਂਦੀ ਹੈ। ਉਹ ਕਹਿੰਦੇ ਇਦਾਂ ਜਿੱਦਾਂ ਜਿੱਦਾਂ ਸਾਡੀਆਂ ਤਰੰਗਾਂ ਵੱਧਦੀਆਂ, ਉਹਦਾ ਪ੍ਰਭਾਵ ਸਾਡੇ ਜੀਵਨ ਤੇ ਪੈਂਦਾ ਹੈ। ਹੁਣ ਜ਼ਰਾ ਸਮਝਣਾ ਇਸ ਚੀਜ਼ ਨੂੰ ਕਿ ਜਦੋਂ ਇਨਸਾਨ ਜ਼ਿਆਦਾ ਚਿੰਤਾ ਕਰਦਾ ਹੈ, ਜਦੋਂ ਇਹ ਵੇਵਸ 22 ਤੱਕ ਪਹੁੰਚਦੀ ਹੈ ਤਾਂ ਉਹ ਸਾਡੇ ਸਰੀਰ ਨੂੰ
ਨੁਕਸਾਨ ਕਰਦੀ ਹੈ। ਔਰ ਜਦੋਂ ਅਸੀਂ ਸ਼ਾਂਤ ਹੋ ਕੇ ਵਿਸ਼ਵਾਸ ਰੱਖਦੇ ਹਾਂ, ਯਕੀਨ ਕਰਦੇ ਹਾਂ, ਅਲਫਾ ਦੀ ਸਟੇਜ ਵਿੱਚ ਜੇ ਸਾਡਾ ਬ੍ਰੇਨ ਆ ਜਾਵੇ ਤਾਂ ਉੱਥੇ ਆ ਕੇ ਹਰ ਬਿਮਾਰੀ ਦਾ ਹੱਲ ਹੋ ਸਕਦਾ ਹੈ। ਹਰ ਬਿਮਾਰੀ ਦਾ ਹੱਲ ਹੋ ਸਕਦਾ ਹੈ, ਹਰ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਉਹ ਅਵਸਥਾ ਧਿਆਨ ਦੇ ਜ਼ਰੀਏ ਹੀ, ਸ਼ਾਂਤ ਰਹਿ ਕੇ ਹੀ, ਪੋਜ਼ਿਟਿਵ ਥਿੰਕਿੰਗ ਦੇ ਨਾਲ, ਵਿਸ਼ਵਾਸ ਦੇ ਨਾਲ ਹੀ ਇਨਸਾਨ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਸੀ। ਹੁਣ 152 ਮਰੀਜ਼ਾਂ ਦੇ ਜਦੋਂ ਐਕਸਪੈਰੀਮੈਂਟ ਕੀਤਾ 5 ਗਰੁੱਪ ਬਣਾ ਕੇ, ਸਾਰਿਆਂ ਨੂੰ ਉਹਨਾਂ ਨੇ ਕਹਿਣਾ ਵਿਸ਼ਵਾਸ ਰੱਖੋ ਤੁਸੀਂ ਠੀਕ ਹੋ ਜਾਣਾ ਹੈ, ਠੀਕ ਹੋ ਜਾਣਾ ਹੈ, ਯਕੀਨ ਰੱਖੋ। ਉਹ ਦੱਸਦੇ ਹੈ ਕਿ ਇਹ ਗੱਲ ਸੁਣਨ ਤੋਂ ਬਾਅਦ 20% ਮਰੀਜ਼ ਸੀ, ਯਾਨੀ 152 ਚੋਂ 20% ਮਰੀਜ਼ ਸੀ ਜਿਨ੍ਹਾਂ ਨੇ ਗੱਲ ਤੇ ਯਕੀਨ ਕੀਤਾ, ਉਹਨਾਂ ਦੀ ਵੇਵਸ ਅਲਫਾ ਤੱਕ ਆ ਗਈ ਔਰ ਉਹ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਏ। ਤੇ ਜਿਹੜੇ ਬਾਕੀ ਸੀ ਉਹਨਾਂ ਨੇ ਕਿਹਾ ਲੈ ਰਿਪੋਰਟਾਂ ਕਹਿ ਰਹੀਆਂ ਹੈ, ਰਿਪੋਰਟਾਂ 'ਚ ਤਾਂ ਲਿਖਿਆ ਮਰ ਜਾਣਾ ਹੈ, ਠੀਕ ਨਹੀਂ ਹੋਣਾ, ਇਹ ਬਿਮਾਰੀ ਬੜੀ ਹੈ, ਤੁਸੀਂ ਕਹਿੰਦੇ ਹੋ ਠੀਕ ਹੋ ਜਾਣਾ ਹੈ, ਸਾਨੂੰ ਵਿਸ਼ਵਾਸ ਹੈ ਨਹੀਂ, ਸਾਨੂੰ ਯਕੀਨ ਹੈ ਨਹੀਂ। ਹੁਣ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਦੀ ਬ੍ਰੇਨ ਦੀ ਤਰੰਗ ਅਲਫਾ ਤੱਕ ਨਹੀਂ ਪਹੁੰਚੀ, ਤਾਂ ਹੁਣ ਉਹ ਕੀ ਹੋਇਆ, ਉਹਨਾਂ ਦੀ ਬਿਮਾਰੀ 'ਚ ਕੋਈ ਫਰਕ ਨਹੀਂ ਪਿਆ। ਇਸ ਲਈ ਡਾਕਟਰ ਓ ਕਰਲ ਨੇ ਇਹ ਗੱਲ ਕਹੀ ਕਿ ਅਗਰ ਤੁਸੀਂ ਸ਼ਾਂਤ ਰਹੋ, ਵਿਸ਼ਵਾਸ ਰੱਖੋ, ਬਿਮਾਰੀ ਕਿਸੇ ਵੀ ਪ੍ਰਕਾਰ ਦੀ ਹੋਵੇ, ਦੁੱਖ ਕਿਸੇ ਵੀ ਪ੍ਰਕਾਰ ਦਾ ਹੋਵੇ, ਪਰ ਅਗਰ ਤੁਸੀਂ ਵਿਸ਼ਵਾਸ ਰੱਖੋ, ਸ਼ਾਂਤ ਰਹੋ, ਆਪਣੇ ਆਪ ਨੂੰ ਸ਼ਾਂਤ ਰੱਖੋ, ਯਕੀਨ ਰੱਖੋ ਕਿ ਮੈਂ ਠੀਕ ਹੋ ਜਾਣਾ ਹੈ, ਤਾਂ ਤੁਹਾਡਾ ਮਾਈਂਡ ਉਸ ਲੈਵਲ ਤੇ ਆ ਜਾਂਦਾ ਹੈ ਜਿੱਥੋਂ ਉਹ ਅਲਫਾ ਵੇਵਸ ਨਿਕਲਦੀਆਂ ਜੋ ਤੁਹਾਡੇ ਸਰੀਰ ਵਾਸਤੇ ਬਹੁਤ ਚੰਗੀਆਂ ਹੈ। ਫਿਰ ਉਹ ਤੋਂ ਥੱਲੇ ਥੀਟਾ ਹੈ, ਉਹ ਤੋਂ ਥੱਲੇ ਡੈਲਟਾ, ਉੱਥੇ ਤੱਕ ਦਾ ਕੋਈ ਧਿਆਨੀ ਹੀ ਪਹੁੰਚ ਸਕਦਾ ਹੈ, ਪਰ ਅਲਫਾ ਤੱਕ ਹਰ ਕੋਈ ਪਹੁੰਚ ਸਕਦਾ ਹੈ ਸਿਰਫ ਵਿਸ਼ਵਾਸ ਦੇ ਨਾਲ ਜੁੜ ਕੇ। ਕਿਉਂਕਿ ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਸਾਡਾ ਮਾਈਂਡ ਇੱਕ ਕਿਸਮ ਦਾ ਸ਼ਾਂਤ ਹੋ ਜਾਂਦਾ ਹੈ। ਬੋਲੋ ਹੁੰਦਾ ਹੈ ਕਿ ਨਹੀਂ? ਬੰਦਾ ਕਹਿੰਦਾ ਮੈਨੂੰ ਯਕੀਨ ਹੈ, ਵਿਸ਼ਵਾਸ ਹੈ ਕਿ ਰਹਿਮਤ ਹੋਣੀ ਹੈ, ਇਹ ਸੋਚਦੇ ਬੰਦੇ ਇੱਕ ਰਿਲੈਕਸ ਜਿਹਾ ਹੋ ਜਾਂਦਾ ਹੈ। ਤਾਂ ਜਦੋਂ ਬੰਦਾ ਵਿਸ਼ਵਾਸ ਨਾ ਕਰੇ, ਯਕੀਨ ਨਾ ਕਰੇ, ਨਹੀਂ ਇਹ ਕਿੱਦਾਂ ਹੋ ਸਕਦਾ ਹੈ, ਨਹੀਂ ਹੋਣਾ, ਤਾਂ ਇਹਦਾ ਮਤਲਬ ਉਹ ਨਹੀਂ ਹੋਣਾ ਕਹਿ ਕੇ ਕਿਸੇ ਹੋਰ ਦਾ ਨੁਕਸਾਨ ਨਹੀਂ ਕਰਦਾ, ਉਹ ਆਪਣੇ ਹੀ ਸਰੀਰ ਦਾ ਨੁਕਸਾਨ ਕਰ ਰਿਹਾ ਹੈ। ਔਰ ਜਿੱਦਾਂ ਅਸੀਂ ਦੱਸ ਰਹੇ ਸੀ ਡਾਕਟਰ ਓ ਕਰਲ ਦੇ, ਸਿਮੋਨਟਨ, ਡਾਕਟਰ ਸਿਮੋਨਟਨ ਕੀ ਕਹਿ ਰਹੇ ਹੈ, ਉਹ ਕਹਿੰਦੇ ਜਿਨ੍ਹਾਂ ਨੇ ਪੋਜ਼ਿਟਿਵ ਗੱਲ ਨੂੰ ਅਪਣਾ ਲਿਆ, ਸਟੇਜ ਉਹਨਾਂ ਦੀ ਵੀ ਕੈਂਸਰ ਦੀ ਉਹੀ ਸੀ ਜੋ ਦੂਜਿਆਂ ਦੀ ਸੀ, ਪਰ ਜਿਨ੍ਹਾਂ ਨੇ ਸੋਚ ਲਿਆ ਅਸੀਂ ਜੀਣਾ ਹੈ, ਅਸੀਂ ਠੀਕ ਹੋਣਾ, ਸਾਨੂੰ ਯਕੀਨ ਹੈ, ਵਿਸ਼ਵਾਸ ਹੈ, ਉਹ ਹੌਲੀ ਹੌਲੀ ਉਹਨਾਂ ਦੇ ਸਰੀਰ ਨੇ ਉਹਨਾਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਸਾਡੇ ਸਰੀਰ 'ਚ ਹੀ ਹਰ ਰੋਗ ਨਾਲ ਲੜਨ ਦੀ क्षमता ਹੈ, ਤਾਕਤ ਹੈ, ਇਮਿਊਨਿਟੀ ਪਾਵਰ ਹੈ ਜੋ ਸਾਡੇ ਸਰੀਰ ਦੀ ਬਿਮਾਰੀ ਨੂੰ ਠੀਕ ਕਰਦੀ ਹੈ। ਪਰ ਜਿਨ੍ਹਾਂ ਨੇ ਇਹ ਸੋਚਿਆ ਨਹੀਂ ਅਸੀਂ ਠੀਕ ਨਹੀਂ ਹੋਣਾ ਕਿਉਂਕਿ ਰਿਪੋਰਟਾਂ ਆ ਕਹਿ ਰਹੀਆਂ ਹੈ, ਅਸੀਂ ਠੀਕ ਨਹੀਂ ਹੋਣਾ ਕਿਉਂਕਿ ਸਾਡੀਆਂ ਰਿਪੋਰਟਾਂ 'ਚ ਆ ਹੈ, ਅਸੀਂ ਠੀਕ ਨਹੀਂ ਹੋਣਾ ਕਿਉਂਕਿ ਸਾਡੇ ਸਰੀਰ 'ਚ ਇੰਨੀ ਦਰਦ ਹੈ, ਜਦੋਂ ਉਹਨਾਂ ਨੇ ਨੈਗੇਟਿਵਿਟੀ ਨੂੰ ਰੱਖਿਆ ਤਾਂ ਹੌਲੀ ਹੌਲੀ ਦਰਦ ਹੋਰ ਵੱਧਦੀ ਚਲੀ ਗਈ ਔਰ ਉਹਨਾਂ ਦਾ ਅੰਤ ਵੀ ਹੋ ਗਿਆ। ਹੁਣ ਤੁਸੀਂ ਵੀ ਇਹ ਚੀਜ਼ ਨੂੰ ਸਮਝ ਲਓ, ਜੇ ਤੁਸੀਂ ਚਾਹੁੰਦੇ ਹੋ ਜੀਵਨ ਨੂੰ ਖੁਸ਼ੀ ਨਾਲ ਜੀਣਾ, ਜੇ ਚਾਹੁੰਦੇ ਹੋ ਜੀਵਨ ਨੂੰ ਆਨੰਦ ਨਾਲ ਜੀਣਾ, ਜੇ ਚਾਹੁੰਦੇ ਹੋ ਜੀਵਨ ਨੂੰ ਸ਼ਾਂਤੀ ਨਾਲ ਜੀਣਾ, ਤੰਦਰੁਸਤੀ ਨਾਲ ਜੀਣਾ, ਤਾਂ ਅੱਜ ਤੋਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ, ਨੈਗੇਟਿਵਿਟੀ ਨੂੰ ਆਪਣੇ ਅੰਦਰੋਂ ਖਤਮ ਕਰ ਦਿਓ। ਕਿਉਂਕਿ ਇੱਕ ਗੱਲ ਤੁਹਾਨੂੰ ਕਵਾਂਗੇ ਕਿ ਇੱਕ ਗੱਡੀ ਜਾ ਰਹੀ ਹੈ ਮੰਜ਼ਿਲ ਦੀ ਤਰਫ, ਅਚਾਨਕ ਉਹਦਾ ਟਾਇਰ ਪੰਚਰ ਹੋ ਜਾਂਦਾ ਹੈ। ਹੁਣ ਜੇ ਟਾਇਰ ਪੰਚਰ ਹੋ ਜਾਂਦਾ ਤਾਂ ਗੱਡੀ ਮੰਜ਼ਿਲ ਵੱਲ ਵਧੇਗੀ? ਗੱਡੀ ਮੰਜ਼ਿਲ ਤੱਕ ਪਹੁੰਚੇਗੀ? ਜਵਾਬ ਦਿਓ ਸਾਨੂੰ। ਹੁਣ ਜੇ ਅਸੀਂ ਚਾਹੁੰਦੇ ਹਾਂ ਸਾਡੀ ਗੱਡੀ ਮੰਜ਼ਿਲ ਤੱਕ ਪਹੁੰਚੇ, ਜੇ ਅਸੀਂ ਚਾਹੁੰਦੇ ਹਾਂ ਸਾਨੂੰ ਆਪਣੀ ਮੰਜ਼ਿਲ ਮਿਲੇ, ਤਾਂ ਸਾਨੂੰ ਕੀ ਕਰਨਾ ਪਏਗਾ? ਜਵਾਬ ਦਿਓ। ਕੀ ਗੱਲ, ਬੜਾ ਸੌਖਾ ਜਿਹਾ ਸਵਾਲ ਪੁੱਛਿਆ, ਕੋਈ ਔਖਾ ਤਾਂ ਪੁੱਛਿਆ ਨਹੀਂ, ਜਵਾਬ ਨਹੀਂ ਦਿੱਤਾ ਤੁਸੀਂ। ਟਾਇਰ ਪੰਚਰ ਹੈ ਔਰ ਅਸੀਂ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ, ਪੰਚਰ ਟਾਇਰ ਨਾਲ ਅਸੀਂ ਕਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਅਗਰ ਅਸੀਂ ਮੰਜ਼ਿਲ ਤੱਕ ਜਾਣਾ ਚਾਹੁੰਦੇ ਸਾਨੂੰ ਕੀ ਕਰਨਾ ਪਏਗਾ? ਗੱਡੀ ਦੇ ਟਾਇਰ ਨੂੰ ਚੇਂਜ ਕਰਨਾ ਪਏਗਾ। ਗੱਡੀ ਦਾ ਟਾਇਰ ਚੇਂਜ ਕਰਕੇ ਅਸੀਂ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਇਸੇ ਤਰ੍ਹਾਂ ਯਾਦ ਰੱਖੋ, ਖੁਸ਼ੀਆਂ ਦੀ ਮੰਜ਼ਿਲ ਤੁਹਾਡੇ ਸਾਹਮਣੇ ਹੈ, ਪਰ ਤੁਹਾਡੀ ਨੈਗੇਟਿਵਿਟੀ ਨੇ ਤੁਹਾਡੇ ਜੀਵਨ ਦੇ ਟਾਇਰ ਨੂੰ ਪੰਚਰ ਕੀਤਾ ਹੋਇਆ ਹੈ। ਇਸ ਲਈ ਅੱਜ ਜ਼ਰੂਰਤ ਹੈ ਆਪਣੀਆਂ ਨੈਗੇਟਿਵਿਟੀ ਦੀ ਸੋਚ ਨੂੰ ਬਦਲਣ ਦੀ, ਕਿਉਂਕਿ ਇਹ ਨੈਗੇਟਿਵਿਟੀ ਦੀ ਸੋਚ ਜੋ ਪੰਚਰ ਹੈ, ਜੋ ਸਾਨੂੰ ਅੱਗੇ ਨਹੀਂ ਵਧਣ ਦਿੰਦੀ, ਇਹਨੂੰ ਬਦਲ ਕੇ ਪੋਜ਼ਿਟਿਵ ਸੋਚ ਲਿਆਵਾਂਗੇ ਤਾਂ ਸਾਨੂੰ ਸਾਡੀ ਮੰਜ਼ਿਲ ਵੀ ਜ਼ਰੂਰ ਮਿਲੇਗੀ। ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਜੇ ਖੁਸ਼ੀਆਂ ਦੀ ਮੰਜ਼ਿਲ ਤੱਕ ਜਾਣਾ ਹੈ ਤਾਂ ਆਪਣੇ ਅੰਦਰ ਪੋਜ਼ਿਟਿਵ ਸੋਚ ਲਿਆਓ, ਵਿਸ਼ਵਾਸ ਦੀ ਸੋਚ ਲਿਆਓ। ਹੋਵੇ ਦੁੱਖ ਜਿੰਨਾ ਮਰਜ਼ੀ ਬੜਾ, ਹੋਵੇ ਪਰੇਸ਼ਾਨੀ ਜਿੰਨੀ ਮਰਜ਼ੀ ਬੜੀ, ਕਹਿ ਦਿੱਤਾ ਡਾਕਟਰਾਂ ਨੇ ਕਿ ਤੂੰ ਨਹੀਂ ਬਚਣਾ, ਜੋ ਮਰਜ਼ੀ ਹੋਵੇ, ਪਰ ਜੇ ਤੁਸੀਂ ਆਪਣੇ ਅੰਦਰ ਪੋਜ਼ਿਟਿਵ ਸੋਚ ਲਿਆਂਦੇ ਹੋ ਤਾਂ ਫਿਰ ਵਿਸ਼ਵਾਸ ਰੱਖਦੇ ਹੋ ਆਪਣੇ ਮਾਲਿਕ ਤੇ,
ਤਾਂ ਤੁਹਾਡੇ ਅੰਦਰ ਉਹ ਤਾਕਤ ਪ੍ਰਮਾਤਮਾ ਦੀ ਆਪਣਾ ਕਰਮ ਕਰਨਾ ਸ਼ੁਰੂ ਹੋ ਜਾਂਦੀ ਹੈ, ਫਿਰ ਨਾ ਮੁਮਕਿਨ ਵੀ ਮੁਮਕਿਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਖੁਸ਼ੀ ਚਾਹੁੰਦੇ ਹੋ ਨਾ, ਤਾਂ ਫਿਰ ਸੋਚੋ ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ ਕਿ ਰਹਿਮਤ ਹੋ ਗਈ, ਰਹਿਮਤ ਹੋ ਗਈ। ਕਿਉਂਕਿ ਜਿੱਦਾਂ ਪਹਿਲਾਂ ਦੱਸਿਆ, ਤੂੰ ਮੰਗ ਤੈਨੂੰ ਮਿਲੇਗਾ, ਪਰ ਮੰਗਣਾ ਸਹੀ ਢੰਗ ਨਾਲ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਨਹੀਂ ਮੰਗਣਾ ਕਿ ਮੈਨੂੰ ਆ ਬਿਮਾਰੀ ਨਾ ਆਵੇ, ਇਹ ਮੰਗਣਾ ਮੈਂ ਸਦਾ ਤੰਦਰੁਸਤ ਰਵਾਂ। ਯਾਨੀ ਜੋ ਸਾਨੂੰ ਚਾਹੀਦਾ ਹੈ ਉਹ ਵਿਸ਼ਵਾਸ ਦੇ ਨਾਲ ਆਪਣੇ ਮਾਲਿਕ ਅੱਗੇ ਅਰਦਾਸ ਕਰਨੀ ਹੈ, ਦੁਆ ਕਰਨੀ ਹੈ, ਫਰਿਆਦ ਕਰਨੀ ਹੈ। ਤਾਂ ਹੀ ਤਾਂ ਅਸੀਂ ਦੱਸੀਦਾ ਕਿ ਵਿਸ਼ਵਾਸ ਨਾਲ ਕੀਤੀ ਹੋਈ ਦੁਆ, ਵਿਸ਼ਵਾਸ ਨਾਲ ਕੀਤੀ ਹੋਈ ਫਰਿਆਦ ਕਦੀ ਖਾਲੀ ਨਹੀਂ ਜਾਂਦੀ। ਇਸ ਲਈ ਯਕੀਨ ਰੱਖਣਾ ਆਪਣੇ ਅੰਦਰ, ਭਰੋਸਾ ਰੱਖਣਾ ਆਪਣੇ ਅੰਦਰ, ਔਰ ਭਰੋਸੇ ਨਾਲ ਹੀ ਤਾਂ ਅਸੀਂ ਉੱਥੇ ਤੱਕ ਪਹੁੰਚਦੇ ਹਾਂ।